अष्टपदी ब्रह्म ज्ञानी सदा निर्लेप। ਹੁਣ ਬ੍ਰਹਮ ਗਿਆਨੀ ਦੀ ਸਾਰੀ ਅਸ਼ਪਦੀ ਆਊਗੀ ਪੂਰੀ ਇਹਦੀ ਵਿਆਖਿਆ ਕਰਕੇ ਤੁਸੀਂ ਕੋਈ ਵਜ੍ਹਾ ਹੀ ਨਹੀਂ ਕਿ ਬ੍ਰਹਮ ਗਿਆਨੀ ਨੂੰ ਨਾ ਪਛਾਣ ਸਕੋ। ਸਾਡੇ ਕੋਲ ਬ੍ਰਹਮ ਗਿਆਨੀ ਦੀ ਅਸ਼ਪਦੀ ਸੀ ਤਾਂ ਕਿ ਕੋਈ ਝੂਠਾ ਬ੍ਰਹਮ ਗਿਆਨੀ ਨਾ ਬਣ ਜਾਏ। ਅੱਜ ਸਾਰੇ ਹੀ ਝੂਠੇ ਬ੍ਰਹਮ ਗਿਆਨੀ ਨੇ ਕਿਉਂਕਿ ਅਰਥ ਬਦਲਦੇ ਇਸ ਅਸ਼ਟਪਦੀ ਦੇ ਜਿਹੜੀ ਕਿ ਬ੍ਰਹਮ ਗਿਆਨੀ ਨਕਲੀ ਨੂੰ ਫੜਨ ਵਾਲੀ ਅਸ਼ਟਪਦੀ ਸੀ ਉਹਦੇ ਇਸ ਤਰੀਕੇ ਨਾਲ ਅਰਥ ਕਰਤੇ ਸਾਰੇ ਬ੍ਰਹਮ ਗਿਆਨੀ ਬਣ ਗਏ। ਅਰਥਾਂ ਦੇ ਅਨਰਥ ਜਾਂ ਕਰਦੇ ਨੇ ਇਦਾਂ ਹੀ ਹੋ ਜਾਂਦਾ ਹੁੰਦਾ। ਹਾਂਜੀ, ਬ੍ਰਹਮ ਗਿਆਨੀ ਕੌਣ ਹੈ? ਜੇ ਕੋਈ ਬ੍ਰਹਮ ਗਿਆਨੀ ਹੈ, ਚਲੋ ਮੰਨ ਲਿਆ ਤੁਸੀਂ ਕਾਹਲੀ ਚ ਮਨ ਸਾਚਾ ਸੋਈ ਵੀ ਤੁਹਾਨੂੰ ਲੱਗਿਆ ਪਹਿਲੀ ਨਿਗਾਹ 'ਚ ਹੈਗਾ। ਅਵਰ ਨਾ ਪੇਕੇ ਇੱਕ ਸਮੇਂ ਕੋਈ ਚੱਲ ਇਹ ਵੀ ਤੁਹਾਨੂੰ ਪਤਾ ਨਹੀਂ ਲੱਗਣਾ ਵੈਸੇ ਇਹਦਾ, ਇਹ ਤੁਹਾਨੂੰ ਧੋਖਾ ਦੇ ਸਕਦਾ। ਆਮ ਆਦਮੀ ਨੂੰ ਕੀ ਪਤਾ ਲੱਗਣਾ ਵੀ ਕੀ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਕਹਾਂ ਕੀ ਹੈ, ਹੋਰ ਕਹਾਂ ਡਾਇਗਨੋਜ਼ ਕਿਵੇਂ ਕਰਨਾ, ਤੁਸੀਂ ਸਾਰਾ ਟੈਸਟ ਪੂਰੇ ਕਿਵੇਂ ਲੈਣੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਕਦੇ ਵੀ ਮਾਇਆ ਚ ਲਿਪਤ ਗੱਲ ਨਹੀਂ ਕਰਦਾ। ਉਹ ਹੋਣ ਵਾਲੀ ਜਾਂ ਤਾਂ ਰਹਿੰਦਾ ਚੁੱਪ, ਨਹੀਂ ਗੱਲ ਕਰਦਾ ਕੋਈ ਗਿਆਨ ਨਹੀਂ। ਜੇ ਹੋਰ ਗੱਲ ਕਿਤੇ ਕਰਦਾ ਵੀ ਹੈ ਗੁਰੂ ਘਰ ਨੇ, ਫਿਰ ਜੇ ਕਰਦਾ ਵੀ ਹੈ ਕਰਨੀ ਪੈ ਜਾਂਦੀ ਹੈ ਤਾਂ ਇੱਥੋਂ ਉੱਪਰ ਉੱਪਰੇ ਆ ਸੁਣਿਆ ਸੋ ਮੇਰਾ ਠਾਠਾ ਬਾਗਾ ਕਰ ਵੀ ਲੈਂਦਾ ਥੋੜੀ ਬਹੁਤੀ, ਜ਼ਿਆਦਾ ਚਲ ਸੰਤਨ ਸਮੇਰੀ ਲੇਵਾ ਦੇ ਠਾਠਾ ਬਾਗਾ ਥੋੜਾ ਚਿਰ ਵਾਸਤੇ ਹੁੰਦਾ। ਬਿਜ਼ਨਸ ਵਾਲਾ ਆਦਮੀ ਤਾਸ਼ ਤਾਂ ਖੇਲ ਨਹੀਂ ਸਕਦਾ ਜਾ ਕੇ ਉੱਥੇ, ਉਹ ਤਾਂ ਫੋਨਾਂ ਨਹੀਂ ਸਾਹ ਲੈਣ ਦਿੰਦੇ। ਉਹ ਠਾਠਾ ਬਾਗਾ ਕਿੱਥੇ ਕਰ ਲੂ, ਕੀ ਕਰਨਾ, ਕਿਤੇ 2-1 ਮਿੰਟ ਉਹਨੂੰ ਟਾਈਮ ਮਿਲ ਗਿਆ ਕਿਤੇ ਕਰ ਲਿਆ, ਉਹ ਕਿਤੇ ਕਰ ਲੂ। ਹਾਂਜੀ, ब्रह्म ज्ञानी सदा निर्लेप जैसे जल में कमल अलेप। जैसे जल में कमल अलेप, जिवें जल दे विच कमल हुंदा, कमल दा बीज नहीं हुंदा। बीज तो कमल नहीं पैदा होया, जल विचों ही कमल पैदा हुंदा। एक होर है चपत्ती दी बूटी, वो भी पानी चों ही पैदा हुंदी है, पानी च ही समा जाती है। दो ये चीज, चलो कमल पैदा होता पानी जो पैदा होए भी है नहीं है आप बहस भी नहीं पैदे। कुछ चीज तो हुए आखिर उस बीज मन लेने। जाला पऊगा अंदर पानी की कुछ तो हुए। कमल पर पानी जो ही बनया है टोटल, मिट्टी जो दी जड़ है नहीं। हालांकि पानी वाली जी मिट्टी है, पानी बिच मिट्टी है, वो जड़ उतों लेंदा है। फिर भी पानी तो बखरा खड़ा, जिन्ना पानी भरी जाना जिन्ना मर्जी भरी जाए कमल उत्ते ही जाई जाता। जे मिट्टी च जड़ होवे तो डुब जाए। कमल का फुल उत्ते ही रहूगा आकाश विच, जिन्ना मर्जी पानी हो उन्ना ही उच्चा हो जाए। थले जमीन च खड़ा होवे फिर तां पानी जे जमीन च खड़ा होवे तो पानी च डुब जाए। अपनी खेतियां डुबदियां नहीं पानी च, जमीन च खड़ियां ने। वो जल में कमल है, धरती विच ओहदा कोई कनैक्शन नहीं। फिर भी जल नाल भी ओह नहीं जुड़िया होया। जे उसे जल नाल जुड़िया होवे जिहड़ा नवां आया ओहदे उत्ते चला जावे, नहीं समझे। जे वो जड़ होवे, जड़ जे वो कमल जिहड़ा जिथे कमल है पानी ऑलरेडी ਉਹਦੇ ਚ ਫਿਕਸ ਹੋ ਜਵੇ, ਉਸ ਜਲ ਦੇ ਵਿੱਚੇ ਫਿਕਸ ਹੋਵੇ ਉਹਦੀ ਜੜ। ਬਾਕੀ ਪਾਣੀ ਉੱਤੇ ਆ ਗਿਆ 4-4 ਫੁੱਟ, ਇਹ ਜਲ ਦੇ ਨਾਲ ਵੀ ਨਹੀਂ ਜੁੜਿਆ ਹੋਇਆ। ਉਹ ਜਲ ਬਦਲ ਜਾਂਦਾ ਉੱਪਰ ਨੂੰ ਜਾ ਕੇ, ਉਹ ਜਲ ਤੋਂ ਲੇਪ ਹੈ ਫਿਰ ਵੀ, ਹਾਲਾਂਕਿ ਜਲ ਚੋਂ ਖੁਰਾਕ ਲੈਂਦਾ ਹੈ। ਬਹੁਤ ਹੀ ਬਰੀਕ ਇਹ ਮਿਸਾਲ ਹੈ ਨਿਰਲੇਪ ਵਾਲੀ, ਜਲ ਕਮਲ ਵਾਲੀ। ਇੱਕ ਮੁਰਗਾਬੀ ਦੀ ਹੈ, ਇੱਕ ਕਮਲ ਦੀ ਹੈ, ਦੋਵੇਂ ਮਿਸਾਲਾਂ ਨੇ ਸਾਡੇ ਕੋਲ। ਮੁਰਗਾਬੀ ਦੀ ਇਸ ਸੈਂਸ ਵਿੱਚੋਂ ਹੈ ਕਿ ਮੁਰਗਾਬੀ ਦੇ ਖੰਭ ਪਾਣੀ ਨੂੰ ਜਜ਼ਬ ਨਹੀਂ ਕਰਦੇ,
ਐ ਕੀਤਾ ਬਹੁਤ ਝੜ ਜਾਂਦਾ ਉੱਪਰ ਪਾਣੀ ਲੱਗਦਾ ਵਿੱਚ ਨਹੀਂ ਅਸਰ ਕਰਦਾ ਪਾਣੀ ਚਿਕਨੇ ਹੁੰਦੇ ਨੇ ਉਹਦੇ ਖੰਭ ਜਿਵੇਂ ਚਰਬੀ ਦੇ ਬਣੇ ਹੁੰਦੇ ਨੇ ਭਾਰੀ ਨਹੀਂ ਹੁੰਦੀ ਭਾਰੀ ਨਹੀਂ ਉਹ ਜਦ ਝੜਦੀ ਐ ਪਾਣੀ ਜਦੋਂ ਝੜ ਜਾਂਦਾ ਉੱਡ ਜਾਂਦੀ ਹੈ ਜਾਂ ਮਰਜੀ ਐ ਜਿਹੜਾ ਅਵਸਥਾ ਹੈ ਮਾਇਆ ਦੇ ਵਿੱਚ ਉਹਨੂੰ ਕੋਈ ਢਕਾ ਨਹੀਂ ਬਣਦੀ ਮਾਇਆ ਜਾਂ ਸਰੀਰ ਛੱਡਦਾ ਇੱਕ ਤੀਜੀ ਮਿਸਾਲ ਦਿੱਤੀ ਹੈ ਸੱਪ ਦੀ ਕੰਜ ਉਹ ਘਟੀਆ ਮਿਸਾਲ ਹੈ ਗੁਰਬਾਣੀ ਦੀ ਹੁੰਦੀ ਹੈ ਉਹ ਦਿੱਤੀ ਹੈ ਇਹਨਾਂ ਨੇ ਨਿਰਮਲਿਆਂ ਨੇ ਸੱਪ ਜਿਵੇਂ ਕੰਜ ਲਾ ਦਿੰਦਾ ਪਹਿਲੀ ਗੱਲ ਕੰਜ ਸੱਪ ਦਾ ਹੀ ਸਰੀਰ ਹੁੰਦਾ ਮਾਇਆ ਕਦੇ ਵੀ ਸਾਡੇ ਸਰੀਰ ਦਾ ਹਿੱਸਾ ਨਹੀਂ ਰਹੀ ਸਰੀਰ ਚੋਂ ਕੰਜ ਪੈਦਾ ਹੋਈ ਹੈ ਕਿਉਂ ਨਹੀਂ ਇਹ ਮਿਸਾਲ ਦਿੱਤੀ ਹੁਣ ਮੈਂ ਇਹ ਕਹਿਣ ਲੱਗਿਆ ਗੁਰਬਾਣੀ ਨੇ ਕੰਜ ਸੱਪ ਦੇ ਸਰੀਰ ਚੋਂ ਪੈਦਾ ਹੋਈ ਹੈ ਆਤਮਾ ਸਰੀਰ ਚੋਂ ਪੈਦਾ ਨਹੀਂ ਹੋਈ ਆ ਸਾਡਾ ਸਰੀਰ ਆਤਮਾ ਚੋਂ ਪੈਦਾ ਨਹੀਂ ਹੋਇਆ ਨਹੀਂ ਸਮਝੇ ਆਤਮਾ ਚ ਪੈਦਾ ਨਹੀਂ ਹੋਇਆ ਕੰਜ ਆਤਮਾ ਚੋਂ ਪੈਦਾ ਨਹੀਂ ਹੋਈ ਕੰਜ ਸਰੀਰ ਚੋਂ ਪੈਦਾ ਹੋਈ ਹੈ ਨਾ ਮਾਇਆ ਚੋਂ ਮਾਇਆ ਨੂੰ ਛੱਡ ਰਹੀ ਆ ਆਤਮਾ ਨੂੰ ਕਿੱਥੇ ਛੱਡਿਆ ਉਹਨੇ ਆਤਮਾ ਨਾਲ ਕੀ ਸੰਬੰਧ ਹੈ ਕੰਜ ਦਾ ਉਹ ਸਰੀਰ ਤਾਂ ਫੇਰ ਨਹੀਂ ਫਿਰਦਾ ਸੱਪ ਉਹੀ ਜੇ ਕੰਜ ਲਾਤੀ ਭੈ ਤਾਂ ਫੇਰ ਵੀ ਹੋਈ ਹੈ ਭੁੱਖ ਤਾਂ ਫੇਰ ਵੀ ਹੋਈ ਹੈ ਜ਼ਹਿਰ ਤਾਂ ਫੇਰ ਵੀ ਹੋਈ ਹੈ ਲੱਛਣ ਕਿਹੜਾ ਬਦਲੇ ਕੰਜ ਲਈ ਤੇ ਟੋਟਲ ਬੋਡੀ ਨੂੰ ਤਾਂ ਕੰਚਰੀ ਕਹਿਤਾ ਬਾਣੀ ਨੇ ਟੋਟਲ ਬੋਡੀ ਨੂੰ ਆਤਮਾ ਨੂੰ ਸੰਬੋਧਨ ਹੋ ਗਏ ਤਾਂ ਛੱਡ ਜਾਓਗੇ ਜਿਉਂ ਕੰਚਰੀ ਭੁਜੰਗ ਉਹ ਤਾਂ ਉਹ ਕਿਹਾ ਟੋਟਲ ਬੋਡੀ ਵਿੱਚੇ ਕੁੰਜ ਟੋਟਲ ਬੋਡੀ ਨੂੰ ਕਿਹਾ ਉਹ ਤਾਂ ਕੱਪੜਾ ਟੋਟਲ ਬੋਡੀ ਵਿੱਚੇ ਲੈ ਲਈ ਟੋਟਲ ਬੋਡੀ ਨੂੰ ਕਿਹਾ ਛੱਡ ਜਾਓਗੇ ਕਿਹਾ ਛੱਡਣੀ ਪਊਗੀ ਜਿਵੇਂ ਉਹ ਛੱਡ ਦਿੰਦਾ ਕੁਝ ਸੱਪ ਛੱਡ ਦਿੰਦਾ ਸੱਪ ਰਹਿੰਦਾ ਐ ਤੁਸੀਂ ਰਹੋਗੇ ਉਹ ਸਿਰਫ ਐ ਕਿਹਾ ਉਹ ਪ੍ਰਮਾਣ ਦਿੱਤਾ ਜਿਵੇਂ ਸੱਪ ਜਿਉਂਦਾ ਰਹਿੰਦਾ ਹੂ ਉਹ ਜਿਹਾ ਸੱਪ ਇੱਕ ਬਾਹਰ ਛੱਡ ਜਾਂਦਾ ਕੰਜ ਉਹ ਐਗਜ਼ਾਮਪਲ ਹੋਰ ਸੈਂਸ ਜਾਈ ਹੋਈ ਹੈ ਹੋਰ ਸੈਂਸ ਵਿੱਚ ਅੰਕਲਾਈ ਹੋਈ ਆ ਐਵੇਂ ਆਤਮਾ ਹੂ ਤੁਹਾਡੀ ਨਿਕਲ ਜੂਗੀ ਵਿੱਚ ਰਹਿੰਦੇ ਕਿ ਮੈਨੂੰ ਲੇਪ ਲੈਣਾ ਉਹ ਨਹੀਂ ਸ਼ੂਟ ਹੈ ਨਾ ਉਹ ਹੋਰ ਐਂਗਲ ਤੋਂ ਹੈ ਐਗਜ਼ਾਮਪਲ ਇਹ ਹੋਰ ਐਂਗਲ ਤੋਂ ਹੈ ਐਂਗਲਾਂ ਦਾ ਵੀ ਫਰਕ ਹੈ ਕਿਉਂ ਨਹੀਂ ਆਈ ਇਹ ਵੀ ਇੱਕ ਬਹੁਤ ਬਰੀਕੀ ਵਾਲੀਆਂ ਗੱਲਾਂ ਨੇ ਹੁਣ ਜ਼ਿਆਦਾ ਬਰੀਕੀ ਵਾਲੀ ਸਰੀਰ ਤੋਂ ਪੈਦਾ ਹੋਈ ਉਹ ਤਾਂ ਸਰੀਰ ਤੋਂ ਪੈਦਾ ਹੋਈ ਤੇ ਸਰੀਰ ਜੇ ਉਹ ਆ ਜਾਂਦੀ ਕੱਚੀ ਬਣੀ ਉਸ ਐਂਗਲ ਤੋਂ ਕੱਚੀ ਹੈ ਇਹ ਮਿਸਾਲ ਉਸ ਐਂਗਲ ਤੋਂ ਮਿਸਾਲ ਕੱਚੀ ਹੈ ਐਸ ਐਂਗਲ ਤੋਂ ਮਿਸਾਲ ਪੱਕੀ ਹੈ ਜਿਹੜਾ ਅੰਦਰਲਾ ਸਰੀਰ ਹੈ ਉਹਨੂੰ ਬਤੌਰ ਸੱਪ ਤੁਹਾਨੂੰ ਦਿਖਾਤਾ ਉਹ ਦਿਖਾਉਂਦੇ ਕੀ ਉਹ ਮਾਇਆ ਦੀ ਮਿਸਾਲ ਦਿੱਤੀ ਹੈ ਮਾਇਆ ਦਾ ਸੱਚ ਵੀ ਇੱਕ ਤਾਂ ਸੱਪ ਬਾਹਰ ਰਹਿ ਗਿਆ ਕੰਜ ਇੱਕ ਸੱਪ ਚਲਿਆ ਗਿਆ ਬਾਹਰ ਛੱਡ ਗਿਆ ਉਹਨੂੰ ਐ ਸਰੀਰ ਨੂੰ ਛੱਡ ਕੇ ਚਲੇ ਜਾਓਗੇ ਹੋਰ ਏਦਾਂ ਕੋਈ ਮਿਸਾਲ ਹੈ ਨਹੀਂ ਉਸੇ ਸ਼ਕਲ ਦੀ ਹੁੰਦੀ ਹੈ ਕੁਝ ਵੀ ਕੰਜ ਵੀ ਜਿਹੇ ਅੰਦਰਲਾ ਸੱਪ ਹੈ ਜਿਵੇਂ ਸ਼ੀਸ਼ੇ 'ਚ ਆਪਣਾ ਇਹ ਮੁਕਰਮਾ ਹੈ ਜੈਸੇ ਛਾਈ ਸ਼ੀਸ਼ੇ ਦੇ ਵਿੱਚ ਜਿਹੜਾ ਆਪਣਾ ਛਾਈ ਹੋਮੇ ਉਹ ਕਹਿੰਦਾ ਵੀ ਮੈਂ ਕਿ ਵਿਖ ਨਹੀਂ ਛੱਡਦਾ ਕੰਚ ਨਹੀਂ ਛੱਡ ਦਿੰਦਾ ਹਾਂ ਵਿਖ ਨਹੀਂ ਛੱਡ ਉਹ ਕੀ ਕਿਹਾ ਸੁਭਾਅ ਨਹੀਂ ਛੱਡਦਾ ਆਪਣਾ ਚਾਹੇ ਸਰੀਰ ਛੱਡ ਜਾਂਦਾ ਜੇ ਸੱਚ ਦਾ ਵਿਰੋਧੀ ਹੈ ਤਾਂ ਵਿਰੋਧੀ ਉਹ ਮਰ ਜਾਂਦਾ ਅਗਲਾ ਜਨਮ ਸੱਚ ਦਾ ਵਿਰੋਧੀ ਜੇ ਲਊਗਾ ਜਮਦਾ ਹੀ ਸੱਚ ਦਾ ਵਿਰੋਧ ਕਰੂਗਾ ਇਹ ਕੁਲਾਂ ਐਵੇਂ ਜਲਦੀਆਂ ਹੁੰਦੀਆਂ ਮੀਣਿਆਂ ਦੀ ਵੀ ਕੁਲ ਹੈ ਰਾਮਦੀਆਂ ਦੀ ਵੀ ਕੁਲ ਹੈ ਗੁਰੂ ਗਿਆਨ ਦੀ ਵੀ ਕੁਲ ਹੈ ਸਚਿਆਰਿਆਂ ਦੀ ਵੀ ਕੁਲਾਂ ਨੇ ਕੂੜਿਆਰਿਆਂ ਦੇ ਵੀ ਕੁਲਾਂ ਨੇ ਇਸਲਾਮ ਦੇ ਵਿੱਚੋਂ ਉਹਨਾਂ ਦੀ ਕੁਲ ਹੈ ਉਹ ਜਿਹੀ ਨੇ ਜਿਹੋ ਜਿਹਾ ਰੱਬ ਉਹਦਾ ਚੜਿਆ ਹੋਇਆ ਜਿਹੜਾ ਲੈ ਕੇ ਮਰਦਾ ਜਦ ਉਸ ਏਰੀਏ ਜਨਮ ਲਊ ਕਮਲਾਰੀ ਦਾ ਗੁਰੂ ਨਾਨਕ ਦੇਵ ਜੀ ਨੇ ਵੀ ਕਹੀ ਹੈ ਹਾਂਜੀ ਹਾਂ ਕਹਿੰਦਾ ਲਿਵ ਪਿਓਰ ਐਮਿਡਸਟ ਇੰਪਿਉਰਿਟੀਜ਼ ਆਫ ਦੀ ਵਰਲਡ ਹਾਂ ਤੂੰ ਪਿਓਰ ਰਹਿ ਕਹਿੰਦਾ ਸੰਸਾਰ ਇੰਪਿਓਰ ਹੈ ਹਾਂ। ਪਰ ਤੂੰ ਆਪਣੇ ਆਪ ਨੂੰ ਕਮਲ ਦੀ ਤਰ੍ਹਾਂ ਹੀ ਜੈਸੇ ਜਲ ਮੈਂ ਕਮਲ ਨੂੰ ਮਿਲਾ ਲੈ ਐ ਸੰਸਾਰ ਦੇ ਵਿੱਚ ਅੱਡ ਰਹਿੰਦਾ ਹੈ
ਅਲੇਪ जैसे जल में कमल अलेप ਅਲੇਪ ਰਹਿੰਦਾ ਜਲ ਦੇ ਵਿੱਚ, ਲਿਪਤ ਨਹੀਂ ਹੈ ਜਲ ਦੇ ਵਿੱਚ। ਜਦ ਮਰਜੀ ਚੱਕ ਲੋ ਜਲ ਥੱਲੇ ਉਹ ਅੱਡ ਵੱਖਰਾ ਹੈ, ਜਲ ਤੇ ਖੜਾ ਔਰ ਡੁੱਬਦਾ ਹੈ ਨਹੀਂ ਜਲ 'ਚ। ਔਰ ਜਲ ਬਿਨਾਂ ਜੀਵਨ ਵੀ ਨਹੀਂ ਹੈ ਉਹਦਾ। ਜਲ ਦੀ ਭਾਵਾਂ ਨੂੰ ਲੋੜ ਹੈ। ਜੇ ਕਮਲ ਜਲ ਤੋਂ ਬਾਹਰ ਜਾਊਗਾ ਮਰ ਜਾਊਗਾ। ਸਰੀਰ ਕਰਕੇ ਰਹਿਣਾ ਪਊਗਾ ਉਹਨੂੰ, ਜਿਵੇਂ ਕਮਲ ਪਾਣੀ ਵਿੱਚ ਹੈ। ਮਜਬੂਰੀ ਹੈ ਸਰੀਰ ਦੀ ਕਮਲ ਦੀ, ਪਰ ਰਹੂਗਾ ਲੇਪ ਜਿਵੇਂ ਕਮਲ ਹੁੰਦਾ। ਖਾਣਾ ਪੀਂਦਾ ਉੱਥੋਂ ਹੀ ਹੈ, ਆ ਲੋੜ ਤੋਂ ਵੱਧ ਖਾਂਦਾ ਵੀ ਨਹੀਂ ਹੈ। ਪਾਣੀ ਦਾ ਬਹੁਤ ਹੈ, ਸਾਰਾ ਹੀ ਪਾਣੀ ਥੋੜਾ ਅੱਗੇ ਤਾਂ ਇਕੱਲਾ ਹੀ ਹੋ ਜਾਵੇ। ਸਬਰ ਨਾਲ ਖਾਂਦਾ ਪਾਣੀ ਵੀ, ਪਾਣੀ ਜੋ ਵੀ ਖਰਾਬ ਸਬਰ ਨਾਲ ਰਹਿੰਦਾ। ਪਾਣੀ ਕਿੱਡਾ ਹੀ ਸ਼ਕਤੀਸ਼ਾਲੀ ਹੋਵੇ, ਕਮਲ ਉੱਡਾ ਕੇ ਹੁੰਦਾ, ਬੜਾ ਨਹੀਂ ਹੁੰਦਾ। ਸਾਡੀਆਂ ਫਸਲਾਂ ਬੜੀਆਂ ਛੋਟੀਆਂ ਹੋ ਜਾਂਦੀਆਂ, ਤਕੜੀ ਧਰਤੀ 'ਚ ਫਸਲ ਤਕੜੀ ਹੋ ਜਾਂਦੀ ਹੈ, ਮਾੜੀ ਧਰਤੀ 'ਚ ਫਸਲ ਮਾੜੀ ਰਹਿ ਜਾਂਦੀ ਹੈ। ਕਮਲ ਹੋ ਜਾਈ ਰਹਿੰਦਾ, ਉਹਦਾ ਸਾਈਜ਼ ਦਾ ਰਹਿੰਦਾ। ਕਈ ਐਂਗਲਾਂ ਤੋਂ ਹੈ ਗੱਲ, ਵਿਚਾਰ ਨਹੀਂ ਬਣਦੀ। ਹਾਂ, ब्रह्म ज्ञानी सदा निर्दोष जैसे सूर सर्व को सोख। ਹਾਂ, ਬ੍ਰਹਮ ਗਿਆਨੀ ਸਦਾ ਨਿਰਦੋਖ, ਉਹਨੂੰ ਦੋਖ ਨਹੀਂ ਲੱਗਦਾ। ਜਿਵੇਂ ਸੂਰਜ ਸਾਰੇ ਹੀ ਪਾਣੀ, ਪਾਣੀ ਕਿਤੇ ਵੀ ਖੜਾ ਹੋਵੇ, ਗੰਦੀ ਨਾਲੀ 'ਚ ਖੜਾ ਹੋਵੇ, सर्व को सोख। ਚਾਹੇ ਅੰਮ੍ਰਿਤ ਸਰੋਵਰ 'ਚ ਖੜਾ ਹੋਵੇ, ਚਾਹੇ ਗੰਗਾ ਦਾ ਹੋਵੇ, ਚਾਹੇ ਕਿਸੇ ਛੱਪੜ ਦਾ ਹੋਵੇ, ਸਾਰੇ ਨੂੰ ਸੁਕਾਈ ਜਾਂਦਾ। ਉਹਨੂੰ ਨਹੀਂ ਕੋਈ ਮੈਲ ਲੱਗਦੀ। ਉਹ ਜਿਹੜਾ ਪਾਣੀ ਖਿੱਚਦਾ ਹੈ, ਜਿੱਥੋਂ ਮਰਜ਼ੀ ਖਿੱਚ ਲਵੇ ਸੂਰਜ, ਉਹ ਫਿਰ ਜਦ ਬਰਸਦਾ ਦੁਬਾਰਾ, ਉਹਦੇ ਵਰਗਾ ਹੋਰ ਨਿਰਮਲ ਪਵਿੱਤਰ ਜਲ ਨਹੀਂ ਹੁੰਦਾ। ਸਗੋਂ ਪਵਿੱਤਰ ਕਰ ਦਿੰਦਾ। ਬਿਲਕੁਲ ਗੰਦੇ ਤੇ ਗੰਦੇ ਥਾਂ ਤੇ ਪਾਣੀ ਆਇਆ ਹੋਇਆ ਵੀ, ਕਿਸੇ ਵੀ ਮਾੜੇ ਤੋਂ ਮਾੜੀ ਕੈਟਾਗਰੀ ਚੋਂ, ਜਿਵੇਂ ਸਦਨਾ ਕਸਾਈ ਆ ਗਿਆ, ਤੋਂ ਮਾੜੀ ਕੈਟਾਗਰੀ ਕੀ ਹੋਊ? ਉਹਨੂੰ ਵੀ ਉਹ ਜਿਹਾ ਨਾਲ ਦਾ ਹੀ ਬਣਾ ਕੇ ਰੱਖਿਆ ਪਿਆ। ਪਾਣੀ ਉੱਥੋਂ ਸੋਕਿਆ ਸੀ, ਉਹਦਾ ਚੱਕਿਆ ਸੀ। ਪਾਣੀ ਕਿੱਥੋਂ ਚੱਕਿਆ? ਸਦਨਾ ਕਸਾਈ ਨੂੰ ਪਾਣੀ ਚੱਕਿਆ। ਉਹਦੇ ਰਾਮੂਤਕ ਜੋ ਸੀ ਉਹਦੇ ਕੋਲ ਚੱਕ ਲਿਆ, ਖਿੱਚ ਲਿਆ, ਨਾਲੇ ਹੀ ਬਰਸਾਤ ਲਿਆ ਕੇ। ਸੂਰਜ ਦੀ ਇਹ ਸ਼ਕਤੀ ਹੈ। ਆ ਸੰਸਾਰੀ ਸੂਰਜ ਦੀ ਵੀ ਗੱਲ ਹੈ। ਸੂਰਜ ਇਹ ਸੰਭੋਗ ਵੀ ਸੂਰਜ ਕਿਹਾ ਹੋਇਆ। ਕਦੇ ਆਪਾਂ ਨੇ ਦੇਖਿਆ ਜਿਹੜਾ ਪਾਣੀ ਆਪਾਂ ਪੀਂਦੇ ਹਾਂ ਉਹ ਨਾਲੀ ਦਾ ਕਹਿੰਦੇ ਬੰਦੇ ਸੌਂਦਾ ਵੀ ਪਾਣੀ ਦੌੜ ਕੇ ਪਿੱਛੇ ਗਿਆ ਹੈ। ਕਦੇ ਸੋਚਿਆ ਜਿਹੜਾ ਸਾਹ ਲੈਣੇ ਆਪਾਂ ਹਵਾ ਛੱਡਦੇ ਹਾਂ, ਸਾਰੇ ਲੋਕ ਇਹ ਸਾਹ ਛੱਡਦੇ, ਬਦਬੂ ਖੁਸ਼ਬੂ ਦੇ ਵਿੱਚ ਹੀ ਸਮਾਉਂਦੀ ਹੈ। ਫਿਰ ਕਿਉਂ ਨਹੀਂ ਖਰਾਬ ਹੁੰਦੀ? ਇਹ ਵੀ ਰਿਫਾਈਨ ਹੁੰਦੀ ਰਹਿੰਦੀ ਹੈ। ਇਹਦੀ ਰਿਫਾਈਨਰੀ ਵੀ ਨਾਲ ਲੱਗੀ ਹੋਈ ਹੈ। ਆਹ ਦਰਖਤ ਰਿਫਾਈਨਰੀ ਅਸੀਂ ਅਣਜਾਣ ਪਿੰਡ 'ਚ ਵੱਢ ਬੈਠੇ ਹੁਣ ਪਿੱਟਦੇ ਹਾਂ। ਰਿਫਾਈਨਰੀ ਖਰਾਬ ਕਰਤੀ ਉਹਦੀ ਬਣੀ ਬਣਾਈ ਜਿਹੜੀ ਮਿਲੀ ਸੀ। ਸਾਡੇ ਦਾ ਬਣੀ ਬਣਾਈ ਦੀ ਰੱਖ ਹੁੰਦੀ, ਅਸੀਂ ਬਣਾਉਣੀ ਸੁਆਹ ਹੈ। ਜਿੰਨੇ ਜ਼ਿਆਦਾ ਪੜ੍ਹ ਲੈ ਗਏ ਉਹਨੇ ਮੂਰਖ ਜ਼ਿਆਦਾ ਹੋ ਗਏ। ਬਾਅਦ 'ਚ ਦੇਖ ਲੈਂਦੇ ਹਾਂ, ਬਾਅਦ 'ਚ ਸਿਆਣਿਆਂ ਨੇ ਹੁਣ ਰੌਲਾ ਪਾਇਆ। ਅੱਜ ਵਾਤਾਵਰਣ ਦਿਵਸ ਅਜੇ ਹੈ, ਅਜੇ ਵਾਤਾਵਰਣ ਦਿਵਸ ਵਰਲਡ ਲੈਵਲ ਤੇ। ਹਾਂ, ਅੱਜ ਮਸਲਾ ਹੋਇਆ ਜਾਂ ਸਾਡਾ ਤਾਂ ਰੋਜ਼ ਹੈ, ਉਹਨਾਂ ਦਾ ਅੱਜ ਹੋਊ। ਹਾਂ, ਸ਼ੈਤਾਨ ਜਾਣਦੇ ਵੀ ਨੇ, ਹਟਦੇ ਵੀ ਨਹੀਂ। ਸਵਾਰਥੀ ਹੈ, ਆਪਣੇ ਸਵਾਰਥ ਕਰਕੇ ਕੁਝ ਵੀ ਕਰ ਸਕਦੇ। हाँ जी, ब्रह्म ज्ञानी के दृष्टि समान जैसे राज रंग को लागे तुल पवान। ब्रह्म ज्ञानी के दृष्टि समान, सूरज की भी दृष्टि समान है। सूरज इको जा पैदा करना, ਜਿਹੜੀਆਂ ਕਿਰਨਾਂ ਪੈ ਗਈਆਂ ਨਾਲੀ ਤੇ ਜਾ ਕੇ ਆ ਗੰਦੇ ਥਾਂ, ਦੁਨੀਆਂ ਕਿਰਨਾਂ ਐ ਤਾਂ ਨਹੀਂ ਕਹਿੰਦੀ ਵੀ ਸਾਨੂੰ ਹੱਥ ਨਾਲ ਲਾਇਓ ਤੁਸੀਂ, ਹੱਥ ਹੋ ਗਿਆ ਉਹ ਕਹਿੰਦਾ ਕੋਈ। ਬਸ ਪਾਣੀ ਜਿਹੜਾ ਉੱਤੇ ਜਾਂਦਾ, ਹਵਾ ਨੇ ਕਿਹਾ ਵੀ ਇੰਨੇ ਥਾਂ ਜੇ ਰਹੋ ਤੁਸੀਂ, ਅਲੱਗ ਭਾਫ ਜੀ ਜਿਹੜੀ
ਬਦਬੂ ਹੈ ਨਾ, ਸਾਰੀ ਮਿਲ ਜਾਂਦੀ। ਇਹ ਸੁਭਾਅ ਨੇ ਤੱਤਾਂ ਦੇ, ਸੁਭਾਅ ਹੈ ਹਵਾ ਦਾ, ਇਹ ਸੁਭਾਅ ਹੈ ਪਾਣੀ ਦਾ। ਇਹ ਤੱਤਾਂ ਦੇ ਸੁਭਾਅ ਐ ਕਹਿੰਦੇ ਨੇ, ਤੱਤਾਂ ਦੇ ਸੁਭਾਅ ਵੀ ਲੈਣੇ ਨੇ। ਧਰਤੀ ਦਾ ਸੁਭਾਅ ਵੀ ਹੈ, ਅੱਗ ਦਾ ਸੁਭਾਅ ਵੀ ਹੈ, ਸਭ ਕਾਸੇ ਨੂੰ ਹਜਮ ਕਰ ਜਾਂਦੀ ਹੈ, ਸਭ ਜਾਣ ਦਿੰਦੀ ਹੈ। ਗੰਦਮਨ ਜੋ ਵੀ ਹੈ, ਚਾਹੇ ਕੁਛ ਵੀ ਨਹੀਂ, ਸਭ ਸਾਫ਼ ਹੋ ਜਾਂਦਾ। ਰਾਖ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਚਾਹੇ ਕਾਸੇ ਦੀ ਹੋ। ਜੋ ਰਾਖ ਹੈ ਉਹਨੂੰ ਪਵਿੱਤਰ ਮੰਨਿਆ ਜਾਂਦਾ। ਜੇ ਪਵਿੱਤਰ ਨਾ ਰਾਖ ਹੁੰਦੀ ਤਾਂ ਸਾਡੀ ਜਿਹੜੀ ਮੜੀਆਂ ਦੀ ਰਾਖ ਹੈ, ਜਦੋਂ ਸੇਵਾ ਚੱਲਦਾ ਹੈ, ਉਹਨੂੰ ਗੰਗਾ 'ਚ ਕੌਣ ਦਿੰਦਾ? ਗੰਗਾ 'ਚ ਪਾਈਆ ਪਵਿੱਤਰ ਹੈ ਉਹ, ਕਾਂਚਾਂ ਦੇ ਹੀ ਹੈ, ਇਹ ਬਹੁਤ ਕੀਮਤੀ ਹੈ ਰਾਖ। ਇਹ ਪੈਰਾਂ 'ਚ ਨਾ ਰੁੜਦੀ ਫਿਰ ਉਹਨਾਂ ਨੇ ਤਾਂ ਸੋਚਿਆ ਸੀ ਗੰਗਾ ਦੇ ਵਿੱਚ ਕਮ ਸੇ ਕਮ ਪੈਰਾਂ 'ਚ ਨਹੀਂ ਰੁੜੂ। ਉਹ ਫਿਲਾਸਫੀ ਸੀ ਉਹਨਾਂ ਦੀ, ਇੱਛਾ ਸੀ, ਇੱਛਾ ਸੀ। ਚਾਹੇ ਉਹ ਬ੍ਰਹਮ ਗਿਆਨੀ ਨਹੀਂ ਮੰਨਦੇ ਇਸ ਗੱਲ ਨੂੰ, ਕਹਿੰਦੇ ਜੇ ਮ੍ਰਿਤਕ ਕੋਈ ਚੰਦਨ ਚੜਾਵੇ ਤਾਂ मृतक कमल फल पावे, जे मृतक को विष्ठा में उड़ाए तो मृतक का क्या कट जाए। वो कहते साते बाद शरीर जो मर्जी करे, पर पिछले तो उन्होंने दे रहे हैं ना कोई असी ये शरीर दे विचों कोई सुनिया दुनिया ने कोई लिया, बस वो अपने गल्लां सोच रहे हैं। उन्होंने वो एंगल, वो भी एंगल कोई माड़ा नहीं है। वो एंगल कम से कम नवे बंदियां नूं प्रोत्साहन करता है ना, इधर जाण नूं उत्साहत करता है ना। नानक की जिन्नी इज्जत है, कबीर की जिन्नी इज्जत है, नवा जे कोई कबीर दे राह चलदा उन्हें हौसला भी तो मिलता है भी ये राह दे विच किड्डा बड़ा अफसर बनी है। और ये भी तो मिलता भी कहाँ जाके मैनूं पदवी की मिलनी है। रविदास नूं की मिली हुई है, धन्ने नूं की मिली हुई है, वो भी तो साधारण आदमी सी। ये एक लालच है जिहड़ा कह लो दुनियावी वडियाई दा लड्डू, ਇਹਦੇ ਆਸਰੇ ਦੂਏ ਲੱਡੂ ਛੱਡ ਦਿੰਦਾ ਉਹ ਦੁनियावी। ਜੇ ਦੂਏ ਛੱਡਦਾ ਤਾਂ ਦੂਆ ਕੁਝ ਮਿਲਦਾ ਤਾਂ ਛੱਡਦਾ। ਜੇ ਬਰਾਬਰ ਆ ਗਏ ਮੈਂ ਤੇ ਦੂਈ ਥਾਲੀ ਵਧੀਆ ਲੱਗੀ, ਜੇ ਦੂਏ ਆ ਗਏ ਫੜ ਬਾਹਰ ਲੈ ਫਿਰ ਦੇਸੀ ਨਹੀਂ ਖਾਂਦਾ, ਚਾਹੇ ਦੇਸੀ ਚੰਗੇ ਹੀ ਹੋਣ। ਇਹ ਆਦਮੀ ਦਾ ਇੱਕ ਸੁਭਾਅ ਵੀ ਹੈ। ਇਹਦਾ ਜਿਹੜਾ ਸੁਭਾਅ ਹੈ ਕਈ ਇਹ ਤੋਂ ਹੀ ਫਾਇਦੇ ਉਠਾਏ ਨੇ। ਕੁਛ ਇਹਦੇ ਵਿੱਚ ਸੁਭਾਅ ਦੇ ਫਾਇਦੇ ਵੀ ਉਠਾ ਸਕਦੇ ਹਾਂ ਅਸੀਂ। ਮਨ ਦੇ ਵਿੱਚ ਲੋਭ ਹੈ, ਲੋਭ से त्यागना नहीं है, लोभ तो फायदा उठाया है। ये लोभी है ताही ये बड़ी पदवी नूं भी भजूगा। दुनिया की वडियाइयां तो किसी की जाल कह जी दुनिया तो परे की वडियाई उन्होंने किसी की जाल नहीं कहा। हाँ जे सुखो चाहे सदा तो शरण राम की ले, उत्थे भी कहते उत्थे भी लालच है, लालच सदा सुख चाहता है, सदा सुख चाहता है। फिर जिहड़ा हैगा मतलब है पंडित सूर छत्रपति राजा भगत बराबर। फिर वो की कीता है, हाँ मैनू पट्ठे भी पाए हुए ने, और मैनू पट्ठे भी पाए हुए ने भी जे पाने ने चज दे पट्ठे पा। अविनाशी राज तक दा गल, अविनाशी राज तक गल चली गई। कमजोरी है हैं राज दी केड़ी कमजोरी है, कहते दोनों अविनाशी हो जांदे जेड़ा जांदा ही नहीं किते। नहीं नहीं वो जाना ही नहीं किते, जेड़ा छड्ड के आए हैं ਇਹਦੇ ਨਾਲ नहीं तेरा वो तृप्ति होनी। ਇਹਦੇ ਤਿੰਨ ਲੋਕ ਨੇ ਤੇ ਰਾਜ ਨਾਲ ਵੀ ਤ੍ਰਿਪਤੀ ਨਹੀਂ ਹੋਣੀ ਤੇਰੀ, ਕਿਉਂ ਇਹ ਤੋਂ ਵਰਦੀਆ ਛੱਡ ਕੇ ਆਏ। ਤ੍ਰਿਪਤੀ ਉਹਦੇ ਨਾਲੇ ਹੋਊਗੀ। ਉਹਦੇ ਸਭ ਰਾਜ ਸ੍ਰਿਸ਼ਟ का ले वाली भी गल कही दी ਤਾਂ ਵੀ नहीं गल। ਉਹ ਸਕਲ ਸ੍ਰਿਸ਼ਟ ਕੋ ਰਾਜਾ ਦੁਖੀ ਆ ਜਾਣਾ, ਇੱਥੇ ਹੀ ਇੱਥੇ ਸਭ ਕੁਝ ਆ ਜਾਣਾ, ਇਹ ਸੁਖ ਨਹੀਂ ਹੈ। ਇਹ ਐਂਗਲ ਵੀ ਆਉਣਾ ਇੱਥੇ। ਸਕਲ ਸ੍ਰਿਸ਼ਟ ਕਹਿਤਾ
ਸ੍ਰਿਸ਼ਟ ਕਿਹਾ ਕੋਈ ਆ ਪਲੈਨਟ ਨਹੀਂ ਕਿਹਾ ਗੱਲ ਉਹ ਕੌਣ ਹੈ ਪਰਮੇਸ਼ਰ ਆਪ ਹੈ ਉਹ ਵੀ ਦੁਖੀ ਹੈ ਲੈਣਾ ਪੰਗਾ ਲੈ ਲਓ ਉਹ ਸਾਗਲ ਸ੍ਰਿਸ਼ਟ ਦਾ ਰਾਜਾ ਤਾਂ ਆਪ ਦੁਖੀ ਆ ਕਿਉਂ ਪੇੜ ਪਾਤ ਆਪਣ ਤੇ ਜਲਾਇਆ ਉਹ ਪੇੜ ਦੇ ਜਿਹੜੇ ਪੱਤੇ ਪਏ ਨਾ ਥੱਲੇ ਅਡਗੇ ਹੋਏ ਸੰਸਾਰ ਚ ਖੜੇ ਹੋਏ ਉੜਦਾ ਕੋਈ ਇੱਧਰ ਨੂੰ ਚਲੇ ਜਾਂਦਾ ਕੋਈ ਇੱਧਰ ਨੂੰ ਚਲੇ ਜਾਂਦਾ ਇਹਨਾਂ ਤੇ ਦੁਖੀ ਆ ਪੇੜ ਪਾਤਨ ਆਪਣ ਤੇ ਜਲਿਆ ਇਹਨਾਂ ਦੀ ਚਿੰਤਾ ਚ ਜਲਦਾ ਵੀ ਇਹ ਕਿਵੇਂ ਹੁਣ ਮੇਰੇ ਤੇ ਲੱਗ ਜਾਣ ਟੁੱਟ ਕਿਉਂ ਗਏ ਮੇਰੇ ਕੋਲ ਕੀ ਨਹੀਂ ਇਹਨਾਂ ਨੂੰ ਦੇਣ ਨੂੰ ਇਹ ਜੜਾਂ ਜੇ ਘੁੰਮੀ ਜਾਂਦੇ ਨੇ ਥੱਲੇ ਡਿੱਪੇ ਨਾ ਜਿਵੇਂ ਤੋਂ ਡਿੱਪੇ ਕੱਚੇ ਟੁੱਟ ਗਏ ਪੇੜ ਪਾਤਾ ਆਪਾਂ ਤੇ ਜਲਦਾ ਮਤਲਬ ਇਹ ਲਿਆ ਸੀ ਵੀ ਆਪਣੇ ਪੱਤਿਆਂ ਨਾਲ ਪੇੜ ਜਲਦਾ ਹੈ ਜਲ ਜਾਂਦਾ ਹੈ ਨਹੀਂ ਇਹ ਤਾਂ ਹੈ ਆਪਾਂ ਸੰਸਾਰੀ ਗੱਲ ਕਰਦੇ ਹਾਂ ਸੰਸਾਰੀ ਜੇ ਪੇੜ ਹੋਊ ਪੱਤੇ ਹੋਣਗੇ ਪਹਿਲਾਂ ਪੱਤਿਆਂ ਨੂੰ ਅੱਗ ਲੱਗ ਜਾਂਦੀ ਹੈ ਜਾਂ ਲੱਗਦੀ ਹੈ ਫਿਰ ਵੱਡੇ ਪੇੜਾਂ ਨੂੰ ਲੱਗ ਜਾਂਦੀ ਹੈ ਉਹ ਸੰਸਾਰੀ ਗੱਲ ਆ ਹੁਣ ਆਪਾਂ ਗਾਂ ਦੀ ਵੀ ਤਾਂ ਕਰਨੀ ਹੈ ਬਹੁਤ ਹੀ ਛਾਂ ਪਤਰਾਲੀ ਚੇਲੇ ਪੱਤੇ ਹੀ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਚੇਲੇ ਬਣਾਇਆ ਇੰਨੀਆਂ ਪੌੜੀਆਂ ਚਾੜਿਆ ਇੱਕ ਪੌੜੀ ਰਹਿੰਦੀ ਹੈ ਸਾਰੇ ਪੱਤੇ ਹੀ ਨੇ ਉਹਦੇ ਇਹਨਾਂ ਦੀ ਚਿੰਤਾ ਚ ਚੜਦਾ ਪੇੜ ਪਾਤਾ ਆਪਣ ਤੇ ਜਲਾ ਤਤਾਂ ਦਾ ਸੁਭਾਅ ਪਰ ਚੱਲ ਰਿਹਾ ਸੀ ਵੀ ਰਾਗ ਹੈ ਜਿਹੜੀ ਪਵਿੱਤਰ ਹੈ ਤਤਾਂ ਦੇ ਸੁਭਾਅ ਦੀ ਗੱਲ ਕਰ ਰਹੇ ਸੀ ਨਾ ਹਾਂ ਸੁਭਾਅ ਦੇ ਵਿੱਚ ਸਾਰੇ ਪੱਤੇ ਟੁੱਟੇ ਨੇ ਜਿੰਨੇ ਪੱਤੇ ਨੇ ਟੁੱਟੇ ਨੇ ਕਸੂਰ ਉਹਨਾਂ ਦਾ ਬੁਰੇ ਨੇ ਉਹਦਾ ਭਲਾ ਜਿਹੜਾ ਕਰ ਰਿਹਾ ਉਹ ਪਰਮੇਸ਼ਰ ਹੈ ਬੁਰੇ ਦਾ ਭਲਾ ਪਰਮੇਸ਼ਰ ਕਰਦਾ ਉਹ ਜਿਹਾ ਸੁਭਾਅ ਬਣਾਉਣਾ ਪਊਗਾ ਉਹ ਪੇੜ ਦਾ ਜਿਹੜਾ ਰਸ ਹੈ ਹਜਮ ਤਾਂ ਹੋਊਗਾ ਜੇ ਉਹ ਜਿਹਾ ਸੁਭਾਅ ਹੋਊਗਾ ਜਿਹੜੇ ਪੱਤੇ ਦਾ ਉਹ ਰਸ ਨਹੀਂ ਜਿਹਨੂੰ ਹਜਮ ਉਹ ਪੇੜ ਨੂੰ ਜੁੜੇ ਨਹੀਂ ਸਕਦਾ ਦੂਏ ਪੇੜ ਦਾ ਪੱਤਾ ਦੂਏ ਪੇੜ ਨੂੰ ਨਹੀਂ ਜੁੜ ਸਕਦਾ ਅੰਬ ਦੀ ਕਲਮ ਅੰਬ ਨੂੰ ਲੱਗਦੀ ਹੈ ਅਨਾਰ ਦੀ ਕਲਮ ਅਨਾਰ ਨੂੰ ਲੱਗਦੀ ਹੈ ਆ ਜਿਹੜੇ ਨਿੰਬੂ ਨੇ ਮਾਲਟੇ ਨੇ ਇਹਨੂੰ ਇੱਕ ਦੂਏ ਦੀ ਕਲਮ ਲੱਗ ਜਾਂਦੀ ਹੈ ਜਾਤੀ ਇੱਕ ਅੰਬ ਨੂੰ ਮਾਲਟੇ ਦੀ ਕਲਮ ਨਹੀਂ ਲੱਗਦੀ ਮਾਲਟੇ ਨੂੰ ਅੰਬ ਦੀ ਕਲਮ ਨਹੀਂ ਲੱਗਦੀ ਇਦਾਂ ਨਹੀਂ ਲੱਗਦੀ ਉਹ ਲੱਗ ਜਾਂਦੀ ਦੇਸੀ ਅੰਬ ਨੂੰ ਕਿਸੇ ਅੰਬ ਦੀ ਕਲਮ ਲਾ ਲਓ ਅੰਬ ਹੋਵੇ ਜਾਤੀ ਹੋਣੀ ਚਾਹੀਦੀ ਹੈ ਇਹ ਦੂਜੇ ਉਤਪਜ ਦੇ ਵਿੱਚੋਂ ਅਸੀਂ ਬਹੁਤ ਗਿਆਨ ਲੈਣਾ ਉਤਪਜ ਚੱਲਦਾ ਹੈ ਉਤਪਜੋਂ ਬਹੁਤ ਗਿਆਨ ਲੈਣਾ ਅਸੀਂ ਜੇ ਇਹਨਾਂ ਗੱਲਾਂ ਦਾ ਪਤਾ ਨਹੀਂ ਤਾਂ ਖਾਨੇ 'ਚ ਨਹੀਂ ਗੱਲ ਬਿਠਾ ਸਕਦੇ ਦੂਏ ਦੇ ਪ੍ਰਤੱਖ ਨਹੀਂ ਕਰਕੇ ਦਿਖਾ ਸਕਦੇ ਸੰਸਾਰੀ ਸੱਚ ਜਿਹੜਾ ਹੈ ਖੋਜ ਕੀਤੀ ਹੈ ਜਿਹੜੇ ਦੇਖੋ ਜਿਹੜੇ ਲੋਕਾਂ ਨੇ ਕਲਮ ਚੜਾਉਣੀ ਦੀ ਕਲਾ ਸ਼ੁਰੂ ਕੀਤੀ ਹੈ ਆਖਰ ਉਹ ਵੀ ਤਾਂ ਖੋਜੀ ਤੇ ਖੋਜ ਕੀਤੀ ਉਹਨਾਂ ਲੋਕਾਂ ਨੇ ਸੁਭਾਅ ਦੇਖਿਆ ਸੁਭਾਅ ਤੇ ਧਿਆਨ ਰੱਖਿਆ ਸੁਭਾਅ ਵਿਚਾਲੇ ਕਰਕੇ ਆਤਮਾ ਕਰਕੇ ਸੁਭਾਅ ਖੱਟਾ ਮਿੱਠਾ ਕੈਟਾਗਰੀ ਇੱਕ ਆਦਮੀ ਇੱਕੋ ਜਾਤੀ ਦੇ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਕਿਤੇ ਜਵਾਨ ਹੈ ਕਿਤੇ ਰੰਗ ਕੋਈ ਹੈ ਕਿਤੇ ਕੋਈ ਹੈ ਖਾਣ ਪੀਣ ਦਾ ਵੀ ਫਰਕ ਹੈ ਇਦਾਂ ਹੀ ਫਰਕ ਹੁੰਦਾ ਸਾਰੇ ਜਦ ਤੱਕ ਇਹਦਾ ਸੁਭਾਅ ਹੈ ਜਦ ਤੱਕ ਨਹੀਂ ਜੁੜਦਾ ਹਾਂ ਜਦ ਤੱਕ ਇਹਦਾ ਪੂਰੇ ਦਾ ਪੂਰਾ ਰਸ ਫਿੱਟ ਨਹੀਂ ਆਉਂਦਾ ਜਿਵੇਂ ਅੰਬ ਦਾ ਰਸ ਅੰਬ ਨੂੰ ਫਿੱਟ ਆਊਗਾ ਅੰਬ ਦੇ ਪੱਤੇ ਨੂੰ ਅੰਬ ਦੀ ਟਾਹਣੀ ਨੂੰ ਫਿੱਟ ਆਊਗਾ ਬਾਟੇ ਦੀ ਟਾਹਣੀ ਨੂੰ ਨਹੀਂ ਫਿੱਟ ਆ ਸਕਦਾ ਇਸ ਕਰਕੇ ਉਹ ਜਿਹੜੀਆਂ ਪੱਤਾਂ ਨੇ ਅੱਡ ਅੱਡ ਕੈਟਾਗਰੀਆਂ ਨੇ ਸਾਡੀ ਨਸਲ ਇੱਕ ਹੈ ਉਹ ਜਿਹੜੀ ਸਾਡੀ ਕੌਮ ਹੈ ਨਾ ਉਹ ਇੱਕੋ ਹੀ ਹੈ ਸਾਰੀਆਂ ਮਤਾਂ ਦਾ ਉਹਦਾ ਖਾਨਦਾਨ ਇੱਕੋ ਹੀ ਹੈ ਜਿਹੜੇ ਇਹ ਕਹਿੰਦੇ ਨੇ ਵੀ ਰੱਬ ਇੱਕ ਹੈ ਗੋਡ ਇੱਕ ਹੈ ਗੱਲ ਤਾਂ ਆਪਣੇ ਨਾਲ ਆ ਗਈ ਨਾ ਚਲ ਗਾਹਾਂ ਤੇ ਜਾ ਕੇ ਦਿਸ਼ਾਹੀਨ ਹੋ ਗਏ ਜਿਹੜਾ ਕਹਿੰਦਾ ਰੱਬ ਦੋ ਆ ਰੱਬ ਪੰਜ ਨੇ ਉਹ ਸਾਡੇ ਨਾਲ ਨਹੀਂ ਮਿਲਦਾ ਉਹਨੂੰ ਅਸੀਂ ਕਹਿੰਦੇ ਯਾਰ ਰੱਬ ਹੈ ਉਹ ਨਹੀਂ
2 ਔਰ 5 ਵਾਲੇ ਨੂੰ ਵੀ ਚਲੋ ਅਸੀਂ ਹੈਗਾ ਤਾਂ ਮੰਨਦਾ ਨਾ ਉਹਨੂੰ ਵੀ ਮੰਨ ਲਾਂਗੇ। ਜਿਹੜਾ ਹੈਗਾ ਹੀ ਨਹੀਂ ਮੰਨਦਾ ਉਹਦੇ ਨਾਲ ਨਹੀਂ ਗੱਲ ਹੋ ਸਕਦੀ। ਉਹਦੇ ਨਾਲ ਕੀ ਗੱਲ ਕਰੀਏ? ਉਹਦੇ ਨਾਲ ਇਹੀ ਕਰ ਸਕਦਾ ਭਾਈ ਸਬੂਤ ਕਰਦੇ ਅਸੀਂ ਇਹ ਮੰਨ ਲਈਏ ਇਹ ਹੈ ਨਹੀਂ। ਇਹੀ ਕਰ ਸਕਦਾ ਵੀ ਭਾਈ ਸਾਨੂੰ ਸ਼ੱਕ ਜੀ ਪਾਈ ਹੋਈ ਹੈ, ਜੇ ਸਬੂਤ ਕਰ ਦੇਵੇਂ ਸਾਡੀ ਤਸੱਲੀ ਕਰਾ ਦੇਵੇਂ ਹੈ ਨਹੀਂ ਤਾਂ ਅਸੀਂ ਵੀ ਮੰਨ ਲਈਏ। ਉਹਦੇ ਨਾਲ ਆਹ ਗੱਲ ਹੋ ਸਕਦੀ, ਹੋਰ ਕੋਈ ਨਹੀਂ ਹੋ ਸਕਦੀ। ਤਸੱਲੀ ਉਹਦੇ ਹੋਣੀ ਨਹੀਂ, ਉਹਨੂੰ ਕੰਮ ਲਾ ਦਿਓ ਤਸੱਲੀ ਕਰ, ਚੌੜਾ ਹੋਇਆ ਬੈਠਾ ਪਰੇਸ਼ਾਨ ਕਰ ਦਿਓ, ਤਸੱਲੀ ਕਰਾ ਦੇ ਅਸੀਂ ਸਾਰੀ ਮੰਨ ਲੈਂਦੇ, ਆਪੇ ਪਰੇਸ਼ਾਨ ਹੋ ਜਾਣਗੇ। ਅੱਜ ਕੌਣ ਪਰੇਸ਼ਾਨ ਨੇ? ਅੱਜ ਕਹਿੰਦੇ ਜਿਹੜੇ ਉਹ ਪਰੇਸ਼ਾਨ ਨੇ ਜਿਹੜੇ ਕਹਿੰਦੇ ਰੱਬ ਹੈਗਾ। ਲੋਕ ਜਾਂ ਸਵਾਲ ਕਰਦੇ ਫਿਰ ਲੁਕਦੇ ਨੇ, ਨਾ ਜੀ ਸੰਤ ਨੇ ਵੇ ਤੈਨੇ ਕਿਹਦੇ ਨਾਲ ਮਿਲਣਾ, ਕਿਹਦੇ ਨਾਲ, ਉਹ ਪੂਰੇ ਪਹਿਰੇਦਾਰ ਰੱਖੇ ਨੇ, ਪਰੇਸ਼ਾਨ ਨੇ। ਉਹ ਲੋਕ ਪਰੇਸ਼ਾਨ ਨੇ ਜਿਹੜੇ ਕਹਿੰਦੇ ਨੇ ਪਰਮਾਤਮਾ ਹੈਗਾ ਤੇ ਸਾਡੀ ਕਿਤੇ ਪੋਲ ਨਾ ਨਿਕਲ ਜਵੇ, ਅਸੀਂ ਸਾਬਤ ਨਹੀਂ ਕਰ ਸਕਦੇ ਹੈਗਾ, ਉਹ ਬੜੇ ਪਰੇਸ਼ਾਨ ਨੇ। ਉਹ ਜਿਹੜੇ ਕਹਿੰਦੇ ਨੇ ਹੈ ਉਹ ਨਹੀਂ, ਉਹ ਕੋਈ ਪਰੇਸ਼ਾਨ ਨਹੀਂ। ਪਰੇਸ਼ਾਨ ਉਹਨਾਂ ਨੂੰ ਕਰੋ ਤੁਸੀਂ ਕਹੋ ਵੀ ਅਸੀਂ ਮੰਨਣ ਨੂੰ ਤਿਆਰ ਹਾਂ ਸਾਰੇ ਹੀ, ਤੁਸੀਂ ਸਾਬਤ ਕਰ ਦਿਓ। ਪਰ ਉਹ ਤੋਂ ਪਹਿਲਾਂ ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਬਤ ਕਰੋ, ਵੀ ਤੁਸੀਂ ਕਹਿਣਾ ਹੈਗਾ ਤੁਸੀਂ ਸਾਬਤ ਕਰੋ ਪਹਿਲਾਂ। ਜੇ ਤੁਸੀਂ ਸਾਬਤ ਨਹੀਂ ਕਰ ਸਕਦੇ ਫਿਰ ਹੈ ਉਹ ਨਹੀਂ, ਉਹਨਾਂ ਨੂੰ ਤਾਂ ਇੰਨਾ ਹੀ ਕਹਿ ਦਿੰਦੇ ਨੇ। ਉਹ ਗੱਲ ਆਦਮੀ ਕਹਿ ਸਕਦਾ ਉਹਨਾਂ ਨੂੰ ਜਿਹੜਾ ਆਪ ਸਾਬਤ ਕਰ ਸਕਦਾ ਹੋਵੇ ਵੀ ਮੈਂ ਸਾਬਤ ਕਰੂੰ ਹੈਗਾ, ਤੂੰ ਸਾਬਤ ਕਰ ਹੈ, ਫਿਰ ਗੱਲ ਨਿਬੜਨੀ ਆ ਕੇ। ਜੋ ਚੀਜ਼ ਸਾਬਤ ਨਹੀਂ ਕਰ ਸਕਦਾ ਉਹਦਾ ਫਿਰ ਉਹੀ ਹੈ ਗੋਰਖ ਧੰਦਾ ਹੈ, ਰੱਬੇ ਗੋਰਖ ਧੰਦਾ, ਜਿਤਨਾ ਕਿਸੇ ਨੇ ਵੀ ਨਹੀਂ ਹੈ, ਇਹ ਗੋਰਖ ਧੰਦਾ ਹੀ ਰਹੂਗਾ। ਹਾਂਜੀ। ब्रह्म ज्ञानी के दृष्ट समान, ब्रह्म ज्ञानी का दृष्ट समान, जैसे राज रंग को लागे तुल पवान। तुल पवान जिमें हवा राजे ਨੂੰ ਰੰਗ ਨੂੰ ਇੱਕੋ ਜਿਹੀ ਲੱਗਦੀ ਹੈ। ਰਾਜੇ ਦੀ ਹਵਾ ਕੋਈ ਅੱਡ ਹਵਾ ਨਹੀਂ ਵਗਦੀ ਰਾਜੇ ਵਾਸਤੇ, ਹਵਾ ਦਾ ਸੁਭਾਅ ਹੈ। ਆਦਮੀ ਦਾ ਜਿਹੜਾ ਸੁਭਾਅ ਹੈ ਹਵਾ ਵਰਗਾ ਚਾਹੀਦਾ, ਐਸੀ ਸਮਾਨ ਦ੍ਰਿਸ਼ ਚਾਹੀਦੀ ਹੈ ਬ੍ਰਹਮ ਗਿਆਨੀ ਦੀ, ਬ੍ਰਹਮ ਗਿਆਨੀ ਦੀ ਜੈਸੀ ਆ ਹਵਾ ਦੀ ਦ੍ਰਿਸ਼ਟੀ। ਕੌਣ ਗੁਰੂ ਆ? ਐਵੇਂ ਨੀ ਗੁਰੂ ਕਿਹਾ ਹੋਇਆ ਇਹਨੂੰ। ਪਾਣੀ ਪਤਾ ਹੈ, ਪਾਣੀ ਤੋਂ ਆਗੇ ਸ੍ਰਿਸ਼ਟੀ ਸਾਜੀ ਹੈ, ਪੌਣ ਨਾਲ ਨਹੀਂ ਸਾਜੀ ਹੈ। ਹਾਂ, ਜਲ ਚ ਬਾਸ ਹੈ ਤਾਂ ਪੌਣ ਚ ਬਾਸ ਨਹੀਂ ਹੈ ਇਹਦਾ। ਪੌਣ ਦਾ ਬਾਸ ਆਕਾਸ਼ ਚ ਹੈ, ਪੌਣ ਵਿੱਚ ਕਿਉਂ ਨਹੀਂ ਬਾਸ? ਉਹ ਪੌਣ ਵਿੱਚ ਬਾਸ ਤਾਂ ਉਹ ਦੂਏ ਦਾ ਅੰਦਰਲੇ ਦਾ। ਅੰਦਰਲਾ ਕਹਿੰਦਾ ਪੌਣ ਰੂਪ ਹੋ ਜਾਵਾਂਗੇ, ਅੰਦਰਲਾ ਪੌਣ ਰੂਪ ਚ ਹੈ, ਬਾਹਰਲਾ ਜਲ ਰੂਪ ਚਲੇ ਜਾਂਦਾ, ਜਲ ਚ ਸਮਾ ਜਾਂਦਾ, ਜਲ ਚ ਡੁੱਬ ਜਾਂਦਾ। ਉਹ ਪੌਣ ਚ ਉਹ ਡਿਊਟੀ ਵੀ ਸਾਹ ਲੈਣ ਦੀ ਵੀ ਉਹਦੀ, ਸਾਹ ਲੈਣ ਦੀ ਵੀ ਡਿਊਟੀ ਉਹਦੀ ਪੌਣ ਨਾਲ ਜੁੜਿਆ। ਪੌਣ ਵਾਲਾ ਪਵਨਾ में पवन समाया ਉਹੀ ਹੈ। ਇੱਕੋ ਕਦਮ ਪਿੱਛੇ ਹੈ ਸੱਚੇ ਤੋਂ ਪਵਨ। ਉਹ ਮਨ, ਉਸ ਮਨ ਨੂੰ ਪਵਨਾ ਕਿਹਾ, ਉਸ ਮਨ ਨੂੰ ਪਵਨ ਕਿਹਾ। ਸਾਹ ਲੈਂਦਾ ਜਿਹੜਾ ਉਹ ਪਵਨ ਹੈ। ਹਾਂਜੀ। ब्रह्म ज्ञानी के दृष्ट समान, जैसे राज रंग को लागे तुल पवान। ब्रह्म ज्ञानी के दृष्ट समान, जिਵੇਂ ਰਾਜ ਰੰਗ ਕੋ ਲਾਗੇ ਤੁਲ ਪਵਾਨ। ਪੌਣ ਨੂੰ ਕੋਈ ਫਰਕ ਨਹੀਂ ਪੈਂਦਾ, ਨਾ ਕੋਈ ਉਹਦੇ ਇਤਰਾਜ਼ ਨਹੀਂ ਕਰ ਸਕਦਾ। ਪੌਣ ਕਹਿੰਦਾ ਹੀ ਨਹੀਂ ਕੋਈ, ਕਦੇ ਕਿਸੇ ਨੇ ਇਤਰਾਜ਼ ਕੀਤਾ ਹਵਾ ਦੇ ਉੱਤੇ? ਉਹ ਸੁਭਾਅ ਹੈ। ਜੇ ਸੁਭਾਅ ਹੋ ਲੋਕ ਇਤਰਾਜ਼ ਨਹੀਂ ਕਰਦੇ। ਜਦ ਤੁਸੀਂ ਆਪਣਾ ਸੁਭਾਅ ਬਣਾ ਲਓਗੇ ਸਾਰੇ ਇਤਰਾਜ਼ ਜਦ ਕਰਦੇ ਨੇ। ਥੋੜਾ ਜਿਹਾ ਪਹਿਲਾਂ ਹੁੰਦਾ, ਪਹਿਲਾਂ ਸਾਡੇ ਸੁਭਾਅ ਚ ਜਦ ਬਦਲਦਾ ਥੋੜਾ, ਇੱਕ ਵਾਰ ਇਤਰਾਜ਼ ਹੁੰਦਾ। ਜੇ ਤੁਹਾਡਾ ਸੁਭਾਅ ਲੋਕਾਂ ਨੂੰ ਵੀ ਇਹਦਾ ਤਾਂ ਭਾਈ ਹੁਣ ਇਹੋ ਜਿਹਾ ਸੁਭਾਅ ਹੋ ਗਿਆ, ਫਿਰ ਹਟ ਜਾਂਦੇ। ਸਾਬਤ ਕਰਨਾ ਪੈਂਦਾ ਵੀ ਸੁਭਾਅ ਹੁਣ ਮੇਰਾ ਟਿਕਿਆ ਹੋਇਆ ਹੈ, ਇਹਨੂੰ ਮੈਂ ਚੰਗਾ ਸਮਝਿਆ, ਇਹਨੂੰ ਮਾੜਾ, ਇਹ ਮੇਰੇ ਵਾਸ ਦੀ ਗੱਲ ਨਹੀਂ। ਲੋਕਾਰੀ ਤਾਂ ਨਾ, ਲੋਕਾਰੀ ਤਿਆਗੋ, ਆ ਲੋਕਾਰੀ ਚ ਆ ਗਈ ਗੱਲ। ਇਹ ਲੋਕਾਰੀ ਦਾ ਤਿਆਗ ਆ ਗਈ। ਲੋਕਾਰੀ ਤੋਂ ਵੱਖਰਾ ਨਿਕਲਦਾ ਜਾਂਦਾ ਨਾ। ਜਦ ਹਵਾ ਵਰਗਾ ਸੁਭਾਅ ਹੈ ਤਾਂ ਲੋਕਾਰੀ ਤਾਂ ਹਵਾ ਵਰਗਾ ਸੁਭਾਅ ਹੈ, ਵੱਖਰਾ ਹੁੰਦਾ ਜਾਂਦਾ। हाँ जी। ब्रह्म ज्ञानी के धीरज एक, ब्रह्म ज्ञानी का धीरज एक।
ਧੀਰਜ ਇੱਕੋ ਅਡੋਲ ਧੀਰਜ ਹੈ ਇੱਕਦਮ ਧੀਰਜ ਉਹਦਾ ਅਡੋਲ ਹੈ ਯਾਨੀ ਮਾਨਵ ਚਿੱਤ ਇੱਕ ਜਗ੍ਹਾ ਨੇ ਇੱਕੋ ਹੀ ਹੈ ਚਿੱਤ ਦਾ ਧੀਰਜ ਮਨ ਦਾ ਧੀਰਜ ਇੱਕੋ ਨੇ ਡੋਲਦਾ ਨਹੀਂ ਕਿਸੇ ਦਾ ਵੀ ਦੋਹਾਂ ਚੋਂ ਜਾਂ ਧੀਰਜ ਇੱਕ ਹੈ ਦੋਹਾਂ ਦਾ ਅਡੋਲ ਅਵਸਥਾ ਹੁੰਦੀ ਹੈ ਧੀਰਜ ਇੱਕ ਫਿਰ ਧੀਰਜ ਦੋ ਹੁੰਦੇ ਨੇ ਜਾਂ ਧੀਰਜ ਦੋ ਹੋ ਜਾਂਦੇ ਨੇ ਕਿ ਲੜੀਏ ਕਿ ਨਾ ਲੜੀਏ ਧੀਰਜ ਦੋ ਹੋ ਗਏ ਫਿਰ ਅਡੋਲਤਾ ਖਤਮ ਹੋ ਗਈ ਉਹ ਅਡੋਲਤਾ ਖਤਮ ਹੋਈ ਤੇ ਬੰਦੇ ਬਹਾਦਰ ਨੇ ਫਿਰ ਕਹਿਤਾ ਸੀ ਤਾਂ ਹੀ ਉਹ ਸਰੈਂਡਰ ਹੋ ਗਿਆ ਸੀ ਇਹ ਅਡੋਲਤਾ ਰਹਿੰਦੀ ਉੱਥੇ ਸਰੈਂਡਰ ਹੁੰਦਾ ਹੀ ਨਾ ਅੰਦਰੋਂ ਜੋ ਕਪਟ ਕਰਦਾ ਸੀ ਪਹਿਲਾਂ ਤੇ ਲੜਿਆ ਤਾਂ ਪਹਿਲਾਂ ਹੀ ਹੋਇਆ ਸੀ ਬਾਈ ਧਾਰੀਆਂ ਲੜਨਾ ਨਾਲ ਉਹਦਾ ਖਾਲਸੇ ਨੂੰ ਖਤਮ ਕਰਾਉਣਾ ਚਾਹੁੰਦਾ ਸੀ ਉਹ ਮਾਲਾ ਪੁੱਠੀ ਫਿਰ ਗਈ ਮਾਤਾ ਉੱਥੇ ਬੈਠੀ ਸੀ ਅੰਦਰੋਂ ਖਾਨੇ ਦੋ ਹੀ ਸਾਬਤ ਕਰ ਰਹੇ ਥੇ ਕਿ ਜੋ ਦਸਮ ਪਾਤਸ਼ਾਹ ਦਾ ਵਾਅਦਾ ਹੋਇਆ ਰਾਜ ਨਹੀਂ ਕਰਨਾ ਸਜ਼ਾ ਦੇਣੀ ਹੈ ਬੰਦਾ ਬਹਾਦਰ ਇਹ ਬਾਈ ਧਾਰੀ ਕਹਿੰਦੇ ਬੰਦਾ ਬਹਾਦਰ ਉਸ ਬਚਨ ਤੇ ਕਾਇਮ ਹੈ ਇਹ ਦੂਏ ਨਹੀਂ ਮੰਨਦੇ ਮਾਤਾ ਕਹਿੰਦੀ ਸੀ ਇਹ ਦੂਜੇ ਮੰਨਦੇ ਨੇ ਇਹ ਨਹੀਂ ਮੰਨਦੇ ਬਸ ਫਿਰ ਉਹਨਾਂ ਨੇ ਕਿਹਾ ਵੀ ਹੁਕਮਨਾਮਾ ਜਾਰੀ ਕਰੋ ਮਾਤਾ ਦੋਏ ਨਿਕਲ ਜਾਣ ਬੰਦਾ ਬਹਾਦਰ ਅੜ ਗਿਆ ਮੈਂ ਨਹੀਂ ਮੰਨਦਾ ਹੁਕਮਨਾਮਾ ਪਤਾ ਲੱਗ ਗਿਆ ਨਾ ਬਸ ਉਹਨਾਂ ਨੇ ਖਾਲਸੇ ਨੂੰ ਕਹਿਤਾ ਵੀ ਬਾਹਰ ਨਿਕਲ ਜਾਓ ਤੁਸੀਂ ਕਿਲੇ ਚੋਂ ਸਰ ਉਹਨਾਂ ਨੇ ਸੈਂਟਰ ਵਾਲਿਆਂ ਨੇ ਸਾਨੂੰ ਪਤਾ ਲੱਗ ਗਿਆ ਝੂਠਾ ਕੌਣ ਸੱਚਾ ਕੌਣ ਮਾਤਾ ਨੂੰ ਕਿਹਾ ਤੁਸੀਂ ਐਂ ਕਰੋ ਇਹਦੀ ਫਿਰ ਅਸੀਂ ਆਪੇ ਕਰ ਲਾਂਗੇ ਤੁਸੀਂ ਇਹਨਾਂ ਨੂੰ ਖਾਲਸੇ ਨੂੰ ਬਾਹਰ ਨਿਕਲ ਜਾਓ ਇਹ ਤਾਂ ਅੱਡ ਹੋ ਜਾਓ ਛੱਡ ਕੇ ਕਹਿੰਦੇ ਛੱਡ ਕੇ ਅੱਡ ਹੋਊਗਾ ਭੱਜੂਗਾ ਉਹਨਾਂ ਦੇ ਨਾਲੇ ਨਾਲ ਜਾਊਗਾ ਨਹੀਂ ਕਿਲੇ 'ਚ ਰਹਿ ਜਾਊਗਾ ਪਤਾ ਲੱਗ ਜੂਗਾ ਤੁਹਾਡਾ ਤਾਂ ਕਹਿੰਦਾ ਨਾ ਤੁਹਾਡੀ ਚਿੱਠੀ ਪਈ ਆ ਉਹ ਜਿਹੜੀ ਕਹਿੰਦਾ ਮੈਂ ਤੁਹਾਡਾ ਨਾਲ ਸਿੱਖ ਸੀਗਾ ਨਾ ਹੁਣ ਤਾਂ ਉਹ ਬਾਹਰ ਨਿਕਲ ਗਏ ਇਹਨਾਂ ਨੇ ਬਾਈਦਾਰੀਆਂ ਦੇ ਗਰਜਰ ਸਭਾ ਲਿਆ ਸਰਕਾਰ ਨੇ ਸੈਂਟਰ ਗਵਰਨਮੈਂਟ ਹੁਣ ਦੱਸੋ ਤੁਸੀਂ ਗ੍ਰਿਫਤਾਰ ਕਰਕੇ ਦੋ ਤਾਂ ਗ੍ਰਿਫਤਾਰ ਹੀ ਦਿੱਤੀ ਬਾਈਦਾਰੀਆਂ ਦੇ ਕਹੇ ਤੇ ਹਾਂਜੀ ब्रह्म ज्ञानी के धीरज एक ਇੱਕ ਧੀਰਜ ਸੀ ਖਾਲਸੇ ਕੋਲ ਬਾਹਰ ਨਿਕਲ ਗਏ ਬਾਹਰ ਬੈਠੇ ਨੇ ਸਰਕਾਰ ਦੀ ਹਿੰਮਤ ਨਹੀਂ ਜਾ ਕੇ ਹਮਲਾ ਕਰ ਦੇਣ ਰਹੇ ਫਿਰ ਵੀ ਵਾਗੀ ਹੋਈ ਕਿਉਂਕਿ ਇਹ ਲੋਕਲ ਬੰਦਿਆਂ ਨੇ ਨਹੀਂ ਸੁਲ੍ਹਾ ਕੀਤੀ ਸੁਲ੍ਹਾ ਸੈਂਟਰ ਗਵਰਨਮੈਂਟ ਨਾਲ ਸੀ ਲੋਕਲ ਵਾਲਿਆਂ ਦੇ ਖਿਲਾਫ ਹੀ ਰਹੇ ਲੋਕਲ ਇੱਥੇ ਵਾਲੇ ਦੇ ਖਿਲਾਫ ਫੌਜ ਦੇ ਖਿਲਾਫ ਹੀ ਲੜੇ ਨੇ ਸੈਂਟਰ ਨਾਲ ਅੰਦਰ ਖਾਨੇ ਗੱਲ ਸੀ ਦੋ ਧੜੇ ਹੋਏ ਸੀ ਬੜੇ ਤਕੜੇ ਹਾਂਜੀ ਜਿਉਂ ਬਸੁਦਾ ਕੋ ਖੋਦੇ ਕੋ ਚੰਦਨ ਲੈ ਜਿਉਂ ਬਸੁਦਾ ਕੋਈ ਖੋਦੇ ਕੋਈ ਦਾ ਜ਼ਮੀਨ ਨੂੰ ਖੋਦ ਰਿਹਾ ਕੋਈ ਇਹਦੇ ਚੰਦਨ ਲਿਪ ਰਿਹਾ ਕੋ ਚੰਦਨ ਲੈ ਸਵਾ ਨਾ ਉਹ ਚੰਦਨ ਲਿਪਣ ਵਾਲੇ ਨੂੰ ਜਗ੍ਹਾ ਸਮਝਦੀ ਹੈ ਧਰਤੀ ਨਾ ਖੋਦਣ ਵਾਲੇ ਨੂੰ ਮਾੜਾ ਸਮਝਦੀ ਧਰਤੀ ਦਾ ਸੁਭਾਅ ਵੀ ਆ ਗਿਆ ਧੀਰਜ ਧਰਤੀ ਦਾ ਸੁਭਾਅ ਵੀ ਆ ਗਿਆ ਹਵਾ ਦਾ ਵੀ ਆ ਗਿਆ ਜਲ ਦਾ ਵੀ ਆ ਗਿਆ ਸੂਰਜ ਦਾ ਅੱਗ ਦਾ ਵੀ ਆ ਗਿਆ ਸੂਰਜ ਵਿੱਚ ਅੱਗ ਦਾ ਸੁਭਾਅ ਹੈ ਅੱਗ ਨਾਲੇ ਪਾਣੀ ਨੂੰ ਚੱਕਣਾ ਨਾ ਜਾਂ ਸੂਰਜ ਕਿਹਾ ਤਾਂ ਅੱਗ ਦਾ ਸੁਭਾਅ ਆ ਗਿਆ ਚਾਰੇ ਤੱਤਾਂ ਦੇ ਸੁਭਾਅ ਆ ਗਏ ਇਹ ਚਾਰ ਤੱਤਾਂ ਦੇ ਸੁਭਾਅ ਹੁੰਦੇ ਨੇ ਜਿਹੜੇ ਇਸ ਤਰੀਕੇ ਨਾਲ ਚਾਰ ਤੱਤਾਂ ਦੇ ਸੁਭਾਅ ਗੱਲ ਜ਼ਰੂਰ ਕੀਤੀ ਟੀਕੇ ਚ ਪਰ ਆਹ ਨਹੀਂ ਕੀਤੀ ਜਿਹੜੀ ਅੱਜ ਆਪਾਂ ਕਰਦੇ ਆਹ ਸੁਭਾਉਣੀ ਵਾਲੀ ਨਹੀਂ ਉਹਨਾਂ ਨੇ ਉਹ ਕੀਤੀ ਜਿਹੜੀ ਸਮਝ ਸ਼ਾਸਤਰਾਂ ਚ ਉਹ ਸੁਭਾਅ ਦੱਸਿਆ ਕਿ ਬਈ ਆਹ ਕਿਉਂ ਨਹੀਂ ਦੱਸੀ ਉਹ ਕਿਉਂ ਦੱਸੀ ਸਾਡੇ ਗੁਰੂ ਨੇ ਤਾਂ ਦੱਸੀ ਨਹੀਂ ਸੀ ਤੁਸੀਂ ਉਹ ਕਿਉਂ ਦੱਸੀ ਜਿਹੜੀ ਗੁਰੂ ਨੇ ਨਹੀਂ ਸੀ ਦੱਸੀ ਆਹ ਕਿਉਂ ਨਹੀਂ ਦੱਸੀ ਇਹਦਾ ਮਤਲਬ ਬਿਲਕੁਲ ਉਹਨਾਂ ਨੂੰ ਗੁਰਮਤਿ ਬਾਰੇ ਕੋਈ ਗਿਆਨ ਨਹੀਂ ਉਹਨਾਂ ਲੋਕਾਂ ਨੂੰ ਗੁਰਮਤਿ ਦਾ ਗਿਆਨ ਹੋਣਾ ਹੁੰਦਾ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਤੇ ਜਿਹੜੇ ਸ੍ਰੀ ਚੰਦ ਨਾਲ ਜੁੜੇ ਹੋਏ ਤੇ ਜਾਂ ਰਾਮ ਦੂਜਿਆਂ ਨਾਲ ਜੁੜੇ ਬਾਅਦ ਦੇ ਵਿੱਚ ਖਡੂਰ ਸਾਹਿਬ ਇਹ ਆਪਣੇ ਇੱਥੇ ਰਾਮ ਰਹੀਏ ਜਿਹੜੇ ਸੀਗੇ ਆਪਣੇ ਗੋਇੰਦਵਾਲ ਉਹ ਜਿਹੜੇ ਸੀ ਚਾਰੇ ਡੇਰੇ
ਜਿਨ੍ਹਾਂ ਨੇ ਖਾਲਸੇ ਨੂੰ ਕਿਹਾ ਵੀ ਹੁਣ ਤੁਸੀਂ ਮੇਲ ਨਹੀਂ ਕਰਨਾ, ਇਹ ਰਾਮ ਰਾਏ ਦਾ ਵੀ ਇੱਕ ਬਾਅਦ 'ਚ ਤਾਂ ਕਿਹਾ ਸੀ ਮੇਲ ਨਹੀਂ ਕਰਨਾ। ਇਹਨਾਂ ਕੋਲ ਆ ਮਤ ਸੀ ਜਿਹਦਾ ਅੱਜ ਪ੍ਰਚਾਰ ਹੋ ਰਿਹਾ। ਆਹ ਪ੍ਰਚਾਰ ਸਿਖਾਇਆ ਸੀ, ਗੁਰੂ ਨੇ ਪੜ੍ਹਾਇਆ ਸੀ। ਯਾ ਦੱਸੋ ਇਹ ਹੈ ਨਹੀਂ ਸੀ, ਹੁਣ ਕਰ ਲਓ ਵਿਚਾਰ ਬਹਿ ਕੇ। ਹੁਣ ਜਿਉਂ-ਜਿਉਂ ਸੰਗਤ ਨੂੰ ਪਤਾ ਲੱਗਣਾ, ਸੰਗਤ ਨੇ ਗੁਰੂ ਵਾਲਿਆਂ ਨੇ ਤਾਂ ਗੁਰੂ ਵੱਲ ਨੂੰ ਪਲਟ ਜਾਣਾ। ਉਹਨਾਂ ਨੇ ਇਹਨਾਂ ਤੇ ਕੀ ਲੈਣਾ, ਕਿਸੇ ਤੇ ਕਿਸੇ ਨੇ ਕਿਸੇ ਤੇ ਕੁਝ ਨਹੀਂ ਲੈਣਾ। ਉਹਨਾਂ ਨੇ ਤਾਂ ਦੇਖਣਾ ਵੀ ਆਹ ਗੱਲ ਗੁਰੂ ਨੇ ਕਹੀ ਸੀ, ਗੱਲ ਸੱਚ ਹੈ। ਇਹਨਾਂ ਨੇ ਤਾਂ ਆਪਣੇ ਪੈਰ ਕੁਹਾੜਾ ਮਾਰ ਲਿਆ, ਬੁੱਧੀ ਖਰਾਬ ਸੀ ਇਹਨਾਂ ਦੀ। ਜਿਹੜੇ ਸੁਖਮਨੀ ਸਾਹਿਬ ਘਰ ਘਰ ਪੜ੍ਹਨ ਲਾਤੇ, ਕਿਉਂਕਿ ਬਾਣੀ ਸਾਹਿਬ ਦੇ ਜਵਾਨੀ ਬਾਣੀ ਕੰਠ ਹੋ ਗਈ ਇੱਕ ਇਹਦੀ ਵਿਆਖਿਆ ਮੈਨੂੰ ਔਖੀ ਲੱਗਦੀ ਸੀ ਵੀ ਆਖਰ ਇਹੀ ਪ੍ਰਚਲਿਤ ਕਿਉਂ ਕੀਤੀ ਹੈ। ਇਹਦਾ ਕੋਈ ਜ਼ਿਆਦਾ ਹੀ ਭਰਾੜ ਕਰਦੀ ਹੈ। ਫਿਰ ਸੁਖ ਬਣੀ ਨਾ ਬਾਣੀ ਦਾ ਰੱਖਤਾ ਕਿ ਗਰੰਟੀ ਹੈ ਮਨ ਨੂੰ ਸੁਖ ਪੈਦਾ ਹੋਊਗਾ ਜੇ ਕੋਈ ਇਹਨੂੰ ਸੁਣ ਲਵੇ, ਪੜ੍ਹ ਲਵੇ। ਕਈ ਜਗ੍ਹਾ ਉੱਥੇ ਵੀ ਕਿਹਾ ਹੋਇਆ ਜੋ ਨਾਲ ਸੁਣੇ ਪੜ੍ਹੇ, ਮਤਲਬ ਹੈ ਉੱਥੇ ਪੜ੍ਹਿਆ ਸੁਣਿਆ ਨਾਲ ਸੇ ਨਿਸ਼ਚੈ ਕਰਤਾ ਹੈ ਦਈਏ। ਚੰਡੀ ਦਾ ਕਿਹਾ ਹੋਇਆ ਜਿਹੜੀ ਇੱਛਾ ਰੱਖ ਕੇ ਪੜ੍ਹੇ ਸੁਣੇ ਉਹ ਪੂਰੀ ਹੋ ਜਾਂਦੀ ਹੈ। ਹਾਂਜੀ, ब्रह्म ज्ञानी का यह गनाओ नानक जो पावक का सहज स्वभाव। ब्रह्म ज्ञानी ਦੇ ਗੁਣ ਹੈ ਜਿਹੜੇ ਉੱਪਰ ਤਤਾਂ ਦੇ ਦੱਸਣ ਦਾ। ਹਾਂ, ਜੋ ਪਾਵਕ ਅੱਗ ਸਿੱਧੀ ਅੱਗ ਕਹਿਤਾ पावक का सहज स्वभाव। ਸਹਿਜ ਸੁਭਾਅ ਉਹਦਾ ਤਾਂ ਸੁਭਾਅ ਇਹ ਹੈ ਵੀ ਜਿਹੜਾ ਨੇੜੇ ਉਜਾੜ ਦੇਣਾ। ਭਈ ਉਹਦੀ ਗਲਤੀ ਕੀ ਹੈ? ਉਹਦਾ ਸੁਭਾਅ ਹੈ ਸਹਿਜ ਟਿਕਿਆ ਹੋਇਆ ਸੁਭਾਅ ਉਹਦਾ। ਕਦੇ ਉਹਨੇ ਢੋਲਿਆ ਨਹੀਂ ਸੁਭਾਅ ਕਿ ਮੈਂ ਮਾੜੀ ਮੋਟੀ ਠੱਡੀ ਹੋ ਜਾ, ਕਦੇ ਨਹੀਂ। ਉਹਦੇ ਸੁਭਾਅ 'ਚ ਕਦੇ ਤਬਦੀਲੀ ਨਹੀਂ ਆਈ।